प्रभा कहो नानक थिर कछ नगी सोपने ज्यों संसार। वाहे गुरु जी वाहे गुरु जी। कबीर क्या जाने किब मरेंगे कैसा मरना होए। जे कर साहिब मनो ना बिसरै ता सहला मरना होए। मेरी मेरी करते जन्म गयो मेरी मेरी करते जन्म गयो। मेरी करते जन्म गयो मेरी मेरी करते जन्म गयो मेरी मेरी करते जन्म गयो मेरी मेरी करते जन्म गयो। मेरी मेरी करते जन्म गयो मेरी मेरी करते जन्म गयो। सूके सरवर पाल बंद भावंदाव सूके सरवर पाल बंदाव लूणे खेत हाथ बार करे आयो चोर तुरंत ले गयो। मेरी राखत मुगद फिरै मेरी मेरी करते जन्म गयो मेरी मेरी करते जन्म गयो। मेरी मेरी करते जन्म गयो मेरी मेरी करते जन्म गयो। 12 वर्ष बालपन बीते कछ तप न कियो 12 वर्ष बालपन बीते 20 वर्ष कछ तप न कियो 30 वर्ष किछ देव न पूजा फिर पछताना बिरध पयो मेरी मेरी करते जन्म गयो मेरी मेरी करते जन्म गयो। मेरी मेरी करते जन्म गयो मेरी मेरी करते जन्म गयो मेरी मेरी करते जन्म गयो मेरी
ਮੇਰੀ ਕਰਤੇ ਜਨਮ ਗਇਓ। मेरी करते जन्म गयो। मेरी मेरी करते जन्म गयो। ਸਾਹਿਰ ਸੋਖ ਭੁਜੰ ਬਲਿਓ ਸੂਕੇ ਸਰਵਰ ਪਾਲ ਬੰਦਾਵੇ ਲੂਣੈ ਕੇਤ ਆਤਮ ਵਾਰ ਕਰੇ। ਆਇਓ ਚੋਰ ਤੁਰੰਤ ਲੈ ਗਿਓ ਮੇਰੀ ਰਾਖਤ ਮੁਗਦ ਫਿਰੈ। ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰੂ ਅਸਾਰ ਬਹੈ। ਜੀਵਾ ਬਚਨ ਸ਼ੁੱਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੇ। ਮੇਰੀ ਮੇਰੀ ਕਰਤੇ ਜਨਮ ਗਇਓ। ਮੇਰੀ ਮੇਰੀ ਕਰਤੇ ਜਨਮ ਗਇਓ। ਮੇਰੀ ਮੇਰੀ ਕਰਤੇ ਜਨਮ ਗਇਓ। मेरी मेरी करते जन्म गयो। ਹਰ ਜੀਉ ਕਿਰਪਾ ਕਰੈ ਲਿਵ ਲਾਵੈ। ਲਾਹਾ ਹਰਿ ਹਰਿ ਨਾਮ ਲਿਓ। ਗੁਰ ਪ੍ਰਸਾਦੀ ਹਰਿ ਤਨ ਪਾਇਓ। ਅੰਤੇ ਚਲਨਿਆ ਨਾਲ ਚਲਿਓ। ਕਹਿਤ ਕਬੀਰ ਸੁਨੋ ਰੇ ਸੰਤੋ ਅਨ ਤਨ ਕਛੂ ਹੈ ਲੈ ਨਾ ਗਇਓ। ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲਿਓ। ਮੇਰੀ ਮੇਰੀ ਕਰਤੇ ਜਨਮ ਗਇਓ। ਮੇਰੀ ਮੇਰੀ ਕਰਤੇ ਜਨਮ ਗਇਓ। मेरी मेरी करते जन्म गयो। मेरी मेरी करते जन्म गयो। ਮੇਰੀ ਮੇਰੀ ਕਰਤੇ ਜਨਮ ਗਇਓ। जन्म गयो। ਮੇਰੀ ਮੇਰੀ ਕਰਤੇ ਜਨਮ ਗਇਓ। ਮੇਰੀ ਮੇਰੀ ਕਰਤੇ ਜਨਮ ਗਇਓ। मेरी मेरी करते जन्म गयो। मेरी मेरी करते जन्म गयो। ਵਾਹਿਗੁਰੂ 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 वाहिगुरु वाहिगुरु ਵਾਹਿਗੁਰੂ 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 वाहिगुरु ਵਾਹਿਗੁਰੂ 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 वाहिगुरु 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 ਵਾਹਿਗੁਰੂ 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 वाहिगुरु 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 ਵਾਹਿਗੁਰੂ 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 वाहिगुरु 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 ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਕਾਲੇ ਕੇਸ ਜ਼ਬਾਨੀ ਮਾਪੇ ਤਿੰਨ ਰੰਗ ਨਹੀਂਓ ਲੱਭਣੇ ਕਾਲੇ ਕੇਸ ਜ਼ਬਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕੇਸ ਜ਼ਬਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਤਿੰਨ ਰੰਗ ਜੀ ਨਹੀਂ ਲੱਭਣੇ ਤਿੰਨ ਰੰਗ ਜੀ ਨਹੀਂ ਲੱਭਣੇ ਹੋ ਤਿੰਨ ਰੰਗ ਜੀ ਨਹੀਂ ਲੱਭਣੇ 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 ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ 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 ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਤਿੰਨ ਰੰਗ ਜੀ ਨਹੀਂ ਲੱਭਣੇ ਤਿੰਨ ਰੰਗ ਜੀ ਨਹੀਂ ਲੱਭਣੇ ਹੋ ਤਿੰਨ ਰੰਗ ਜੀ ਨਹੀਂ ਲੱਭਣੇ 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 ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਕਾਲੇ 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 ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਤਿੰਨ ਰੰਗ ਗੁਰਦੇਵ ਜੀ ਕਹਿੰਦੇ ਨਹੀਂ ਮਿਲਣੇ
ਕਿਉਂਕਿ ਇੱਥੋਂ ਤੱਕ ਗੁਰੂਦੇਵ ਜੀ ਸਾਡੇ ਜੀਵਨ ਨੂੰ ਸੇਧ ਦੇ ਕੇ ਸਮਝਾਉਂਦੇ ਨੇ। ਮਾਲਕ ਜੀ ਆਖਦੇ ਨੇ ਇਹ ਜਿਹੜੇ ਤਿੰਨ ਰੰਗ ਨੇ ਨਾ ਜ਼ਿੰਦਗੀ ਦੇ ਨਹੀਂ ਮਿਲਦੇ। ਕਿਹੜੇ? ਇੱਕ ਤਾਂ ਕਾਲੇ ਕੇਸ, ਕਿਉਂਕਿ ਗੁਰਬਾਣੀ ਕਹਿੰਦੀ ਹੈ ਕਾਲੇ ਹੂੰ ਪੁਨ ਧੌਲੇ ਆਏ ਬਿਨ ਨਾਵੈ ਗਥ ਗਿਆ ਗਵਾਈ। ਕਾਲੇ ਚਲੇ ਗਏ, ਚਿੱਟੇ ਆ ਗਏ। ਕਾਲੇ ਜਾਣ ਤੋਂ ਬਾਅਦ ਫਿਰ ਚਿੱਟਿਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਬਾਬਾ ਜੀ ਕਹਿੰਦੇ ਨੇ ਦੇਖ ਫਰੀਦਾ ਜੋਥੀ ਹੈ ਦਾਢੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿ ਗਿਆ ਦੂਰ। ਮਨੁੱਖ ਜਦੋਂ ਜਨਮ ਲੈਂਦਾ ਉਦੋਂ ਉਹ ਮੌਤ ਵੱਲੋਂ ਵੱਧਦਾ ਜਾਂਦਾ ਹੈ। ਪਿੱਛਾ ਜਿਹੜਾ ਉਹਦਾ ਜ਼ਿੰਦਗੀ ਦਾ ਮੌਤ ਵੱਲੋਂ ਅੱਗਾ ਵੱਧਦਾ ਜਾਂਦਾ ਹੈ, ਮੌਤ ਵੱਲੋਂ ਤੁਰਿਆ ਜਾਂਦਾ ਹੈ। ਫਿਰ ਜਵਾਨ ਅਵਸਥਾ, ਕਿਉਂਕਿ ਗੁਰੂਦੇਵ ਜੀ ਕਹਿੰਦੇ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਤਿੰਨ ਅਵਸਥਾ ਮਨੁੱਖ ਤੇ ਆਉਂਦੀਆਂ ਨੇ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਜ਼ਰੂਰੀ ਨਹੀਂ ਹੁੰਦਾ ਵੀ ਇਹ ਤਿੰਨੇ ਅਵਸਥਾ ਹਰੇਕ ਮਨੁੱਖ ਤੇ ਆਉਣ। ਕਈ ਤੇ ਬਚਪਨ ਵਿੱਚ ਹੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਆ, ਕਈ ਜਵਾਨੀ ਵਿੱਚ ਹੀ, ਕਈ ਇਹ ਤਿੰਨ ਸਟੇਜਾਂ ਲੰਘਾ ਕੇ ਵਡੇਪੇ ਵਿੱਚ ਜਾਂਦੇ ਨੇ। ਬਿਰਲੇ ਨੇ ਇਹ ਤਿੰਨ ਸਟੇਜਾਂ, ਇਹ ਤਿੰਨ ਵਾਰੀਆਂ ਕਿਸੇ ਕਿਸੇ ਤੇ ਆਉਂਦੀਆਂ ਨੇ। ਤਾਂ ਗੁਰਮੁਖੋ ਫਿਰ ਗੁਰੂਦੇਵ ਜੀ ਨੇ ਮਾਪਿਆਂ ਦੀ ਗੱਲ ਕੀਤੀ ਹੈ। ਇਸ ਸ਼ਬਦ ਵਿੱਚ ਆਪਾਂ ਪੜ੍ਹਿਆ ਹੈ, ਕਿਉਂਕਿ ਬਾਬਾ ਫਰੀਦ ਸਾਹਿਬ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓਏ, ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣ ਹੋਏ। ਬਾਬਾ ਫਰੀਦ ਸਾਹਿਬ ਜ਼ਿੰਦਗੀ ਦੇ ਸਮੇਂ ਦੇ ਵਿੱਚੋਂ ਜਿਹੜੀ ਘਾਟ ਮਹਿਸੂਸ ਹੁੰਦੀ ਹੈ ਉਹਨੂੰ ਮਨੁੱਖ ਸਮਝਦਾ, ਉਹ 'ਤੇ ਵਿਚਾਰ ਕਰਦੇ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਬੈਠੇ ਨੇ, ਉਹ ਕਹਿੰਦੇ ਫਰੀਦ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਆ। ਉਹ ਕੀ ਸੰਬੋਧਨ ਕਰਦੇ ਨੇ? ਪੜ੍ਹੀਏ ਸਾਰੇ ਗੱਜ ਕੇ, ਕੋਈ ਰਸਨਾ ਮਾਂਝੀ ਨਾ ਰਵੇ, ਪਿਆਰ ਨਾਲ ਦੁਹਰਾਈਏ। ਇੱਕੋ ਵਾਰੀ ਕਹਿਣ ਤੇ ਸਾਰੇ ਜਾਣੇ ਭਾਈ ਆਪੋ ਆਪਣੀ ਵਾਰੀ 'ਚ ਬੋਲਿਆ ਕਰੋ। ਪਹਿਲੇ ਹਿੱਸੇ ਵਿੱਚ ਦਾਸ ਤੋਂ ਬਾਅਦ ਜਥਾ, ਜਥੇ ਨਾਲ ਸਾਡੇ ਭਾਈ, ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ,
ਗੱਜ ਕੇ ਬੋਲਿਆ ਕਰੋ ਜੀਵਾ ਰਸਨਾ ਪਵਿੱਤਰ ਕਰਿਆ ਕਰੋ। ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ, ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ, ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ, ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ। ਉਹ ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ, ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ। ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ, ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ। ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ, ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ। ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ, ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ। ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ। ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ। ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ, ਲਾਡ ਲਡਾਉਂਦੇ ਸੀ ਜੋ ਲਾਡ ਲਡਾਉਂਦੇ ਸੀ। ਕਿੱਥੇ ਨੇ ਮਾਪੇ ਤੇਰੇ ਜਿਨ੍ਹਾਂ ਨੇ ਜਣਿਆ ਤੈਨੂੰ, ਕਿੱਥੇ ਨੇ ਮਾਪੇ ਤੇਰੇ ਜਿਨ੍ਹਾਂ ਨੇ ਜਣਿਆ ਤੈਨੂੰ। 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 ਜਿਨ੍ਹਾਂ ਨੇ ਜਣਿਆ ਤੈਨੂੰ, ਜਿਨ੍ਹਾਂ ਨੇ ਜਣਿਆ, ਜਿਨ੍ਹਾਂ ਨੇ ਜਣਿਆ ਤੈਨੂੰ, ਜਿਨ੍ਹਾਂ ਨੇ ਜਣਿਆ ਤੈਨੂੰ। 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 ਜਿਨ੍ਹਾਂ ਨੇ ਜਣਿਆ ਤੈਨੂੰ, ਜਿਨ੍ਹਾਂ ਨੇ ਜਣਿਆ ਤੈਨੂੰ, ਜਿਨ੍ਹਾਂ ਨੇ ਜਣਿਆ ਤੈਨੂੰ, ਜਿਨ੍ਹਾਂ ਨੇ ਜਣਿਆ ਤੈਨੂੰ। 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 ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ, ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ।
ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਨੇ ਮਾਪੇ ਤੇਰੇ ਜਿਹੜੇ ਲਾਡ ਲਡਾਉਂਦੇ ਸੀ। ਕਿੱਥੇ ਨੇ ਮਾਪੇ? ਬਾਬਾ ਫਰੀਦ ਸਾਹਿਬ ਜੀ ਸੰਬੋਧਨ ਕਰਦੇ ਨੇ ਆਪਣੇ ਆਪ ਨੂੰ। ਉਹ ਕਹਿੰਦੇ ਨੇ ਕਿੱਥੇ ਨੇ ਮਾਪੇ, ਕਿਉਂਕਿ ਫਰੀਦਾ ਕਿੱਥੇ ਨੇ ਮਾਪੇ, ਤੈ ਪਾਸੋਂ ਐਲਾਦ ਗਏ ਤੇਰੇ ਪਾਸੋਂ ਚਲੇ ਗਏ ਨੇ। ਤੂੰ ਅਜੇ ਨਾ ਪਤੀਣੇ ਹੋਏ, ਹਜੇ ਵੀ ਤੈਨੂੰ ਸਮਝ ਨਹੀਂ ਆਈ, ਹਜੇ ਵੀ ਤੈਨੂੰ ਗਿਆਨ ਨਹੀਂ ਹੋਇਆ, ਹਜੇ ਵੀ ਵੇ ਸਮਝ ਹੀ ਹੋਇਆ ਫਿਰਦਾ। ਇਹ ਜਿਹੜਾ ਮਨੁੱਖਾ ਜੀਵਨ ਹੈ ਨਾ, ਗੁਰਬਾਣੀ ਦੇ ਵਿੱਚ ਗੁਰੂ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਇਹ ਜੀਵਨ ਹੈ ਨਾ, ਜਿਉਂ ਬਨ ਫਲ ਪੱਕ ਕੇ ਭੋਏ, ਗ੍ਰਹਿ ਬਾਹਰ ਨ ਲਾਗੇ ਡਾਰ। ਮੁੜ ਕੇ ਡਾਹਣੀ ਦੇ ਨਾਲ ਡਾਰ ਕਹਿੰਦੇ ਆ ਡਾਹਣੀ ਨੂੰ, ਜਿਹੜਾ ਪੱਕ ਕੇ ਫਲ ਉਹ ਡਾਰ ਭਾਵ ਟਾਹਣੀ ਨਾਲੋਂ ਧਰਤੀ ਭੋਏ ਕਹਿੰਦੇ ਆ ਧਰਤੀ ਨੂੰ। ਧਰਤੀ ਤੇ ਡਿੱਗ ਪਵੇ, ਉਹਨੂੰ ਜਿੰਨਾ ਮਰਜ਼ੀ ਯਤਨ ਕਰੀਏ ਉਹ ਡਾਹਣੀ ਦੇ ਨਾਲ ਦੁਬਾਰਾ ਨਹੀਂ ਲਾ ਸਕਦੇ। ਇਸੇ ਕਰਕੇ ਮੇਰੇ ਗੁਰੂ ਜੀ ਕਹਿੰਦੇ ਨੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਇੱਕ ਤੁਹਾਡੇ ਨਾਲ ਪ੍ਰਮਾਣ ਸਾਂਝਾ ਕਰਾਂ। ਇਹ ਅਸੀਂ ਜ਼ਿੰਦਗੀ ਨੂੰ ਬੜਾ ਸਵਾਰ ਕੇ ਰੱਖਦੇ ਆ। ਇਹ ਜ਼ਿੰਦਗੀ ਨੂੰ ਇੰਨਾ ਸਵਾਰਦੇ ਆ, ਮਿੱਟੀ ਨਹੀਂ ਲੱਗਣ ਦਿੰਦੇ, ਹੈ ਪਰ ਇਹ ਮਿੱਟੀ ਹੋਈ। ਭਗਤ ਰਵਿਦਾਸ ਮਹਾਰਾਜ ਜੀ ਦਾ ਬਚਨ ਹੈ, ਇਹ ਹੈ ਮਿੱਟੀ। ਕਿਉਂ? ਮਿੱਟੀ ਨੂੰ ਅਸੀਂ ਸਵਾਰਦੇ ਹਾਂ ਪਰ ਆਪਣੇ ਸਰੀਰ ਤੇ ਲੱਗਣ ਨਹੀਂ ਦਿੰਦੇ। ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਭਗਤ ਜੀ ਵੀ ਕਹਿੰਦੇ ਨੇ, ਤੇ ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਰੂ ਮਰੈ ਨਰ ਕਾਮ ਨਾਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਆਪਣੇ ਕਰਮ ਕੀ ਜਤ ਮੈਂ ਕਿਆ ਜਾਨੂ, ਮੈਂ ਕਿਆ ਜਾਨੂ ਬਾਬਾ ਰੇ। हाड जरे जैसे लकड़ी का तूला, केस जले जैसे घास का फूला। बाबा कबीर साहब जी ना अपने घर तो तुरे उस परिवार दे घर पहुंचे जिथे एक साडा वीर ਜਾਂ ਮਾਂ ਕਹਿ ਲੋ, ਭੈਣ ਕਹਿ ਲੋ, ਸਰੀਰ ਛੱਡ ਗਏ। ਬਾਬਾ ਜੀ ਉੱਥੇ ਗਏ ਤੇ ਜਦੋਂ ਗਏ ਅੰਤਮ ਇਸ਼ਨਾਨ ਹੋਇਆ, ਅਰਥੀ ਤੇ ਪਾਏ, ਜੀਰਾਨ ਵੱਲ ਸਿਵਿਆਂ ਵੱਲ ਨੂੰ ਲਈ ਜਾ ਰਹੇ ਨੇ। ਵੇਖੋ ਬੰਦਾ ਚੱਲਿਆ, ਚੌਂ ਜਣੇ ਆਂਦੇ, ਕੰਨ ਕੰਨ ਕਹਿੰਦੇ ਆ ਕੰਧੇ ਨੂੰ, ਕੰਧੇ ਤੇ ਚੁੱਕਿਆ, ਚਾਰ ਭਾਈ ਚੁੱਕੀ ਜਾਂਦੇ ਨੇ। ਕਬੀਰ ਸਾਹਿਬ ਦੇ ਘਰ ਮਾਤਾ ਲੋਈ ਦੇ ਕੋਲ ਆ ਕੇ ਪੁੱਛਦੇ ਨੇ,
ਇੱਕ ਸੇਵਾਦਾਰ ਬਾਬਾ ਜੀ ਨੂੰ ਮਿਲਣਾ ਭਗਤ ਕਬੀਰ ਸਾਹਿਬ ਨੂੰ। ਉਹ ਕਹਿੰਦੇ ਜੀ ਉਹ ਤੇ ਇੱਥੇ ਹੈ ਨਹੀਂ ਗੇ, ਕਿੱਥੇ ਨੇ? ਉਹ ਇੱਥੋਂ ਕਾਫੀ ਦੂਰ। ਉਹ ਸੇਵਾਦਾਰ ਪੁੱਛਦਾ ਵੀ ਕਾਫੀ ਦੂਰ, ਕਿੰਨੀ ਕੁ ਦੂਰ ਗਏ ਨੇ? ਦੱਸਣ ਵਾਲੀ ਮਾਂ ਦੱਸਦੀ ਹੈ, ਉਹ ਕਹਿੰਦੇ ਨੇ, ਕਹਿੰਦੇ ਇੱਥੋਂ ਕਾਫੀ ਦੂਰ ਗਏ ਨੇ। ਜਦੋਂ ਕਾਫੀ ਦੂਰ ਦਾ ਨਾਂ ਸੁਣ ਕੇ ਫੇਰ ਗਿਆ ਵੀ ਕਿੱਡੀ ਕੁ ਦੂਰ ਨੇ, ਦੱਸ ਤਾਂ ਦਿਓ, ਕੋਈ ਨਗਰ ਕੋਈ ਥਾਂ ਟਿਕਾਣਾ ਹੋਏਗਾ। ਤਾਂ ਇੱਥੋਂ ਫਲਾਣਾ ਨਗਰ ਹੈ, ਫਲਾਣੀ ਦੂਰ, ਇੰਨੀ ਕੁ ਦੂਰ ਹੈ। ਫਲਾਣਾ ਸਿੰਘ ਦੇ ਘਰ ਗਏ ਆ, ਪੁੱਛਦਿਆਂ ਪੁਛਾਉਂਦਿਆਂ ਉਹ ਸੇਵਾਦਾਰ ਉਸੇ ਨਗਰ 'ਚ ਪਹੁੰਚ ਗਿਆ। ਘਰੇ ਗਏ, ਕਹਿੰਦੇ ਜੀ ਉੱਤੇ ਜਿਰਾਣ ਵਿੱਚ, ਸਿਵਿਆਂ ਵਿੱਚ, ਮੜੀਆਂ ਵਿੱਚ ਚਲੇ ਗਏ ਨੇ। ਤਾਂ ਹੁਣ ਲੈ ਕੇ ਜਾ ਰਹੇ ਨੇ ਅਰਥੀ ਨੂੰ। ਤੇ ਰਸਤੇ ਵਿੱਚ ਕੀ ਵੇਖਦੇ ਨੇ ਕਿ ਜਿੰਨੇ ਵੀ ਜਾਣ ਵਾਲੇ ਸੀ ਨਾ ਜਿਹੜੇ, ਉਹ ਘਰੋਂ ਪੁੱਛ ਕੇ ਆਇਆ ਵੀ ਮੈਨੂੰ ਨਿਸ਼ਾਨੀ ਕੀ ਹੋਏਗੀ ਭਗਤ ਕਬੀਰ ਸਾਹਿਬ ਦੀ। ਕਦੇ ਮੈਂ ਇਹਨਾਂ ਨੂੰ ਮਿਲਿਆ ਨਹੀਂ, ਕਦੇ ਦਰਸ਼ਨ ਨਹੀਂ ਕੀਤੇ, ਕਦੇ ਨਹੀਂ ਦਰਸ਼ਨ ਕੀਤੇ। ਉਹਨਾਂ ਦੀ ਵੱਖਰੀ ਪਹਿਚਾਣ ਕੀ ਹੋਏਗੀ? ਮਾਤਾ ਲੋਈ ਦੱਸਦੀ ਹੈ, ਉਹਨਾਂ ਦੀ ਵੱਖਰੀ ਪਹਿਚਾਣ ਤੇ ਇੱਕੋ ਹੀ ਹੈ, ਉਹਨਾਂ ਦੇ ਸਿਰ ਤੇ ਜੋਤ ਚਲਦੀ ਹੋਏਗੀ। ਆਖੋ ਸਤਨਾਮ। ਜਦੋਂ ਕਬੀਰ ਸਾਹਿਬ ਜੀ ਨੂੰ ਮਿਲਣ ਵਾਸਤੇ ਉਸ ਮ੍ਰਿਤਕ ਪਰਿਵਾਰ ਦੇ ਸਰੀਰ ਦੇ ਨਾਲ ਆ ਕੇ ਉਹ ਸ਼ਖਸ, ਉਹ ਜਗਿਆਸੂ ਮਿਲਿਆ, ਤਾਂ ਵੇਖਦਾ ਕੀ ਹੈ? ਇੱਥੇ ਤੇ ਸਾਰਿਆਂ ਦੇ ਸਿਰ ਤੇ ਜੋਤ ਚਲਦੀ ਹੈ, ਕਿਹੜਾ ਕਬੀਰ ਹੈ? ਹੈਰਾਨ ਹੋ ਗਿਆ ਵੀ ਇੱਥੇ ਤੇ ਸਾਰੇ ਕਬੀਰ ਨੇ। ਚਲੋ ਜੀ, ਗੱਲ ਮੁੱਕਦੀ, ਸੰਸਕਾਰ ਦੀ ਤਿਆਰੀ ਕੀਤੀ ਗਈ, ਸੰਸਕਾਰ ਕੀਤਾ ਗਿਆ। ਜਦੋਂ ਸੰਸਕਾਰ ਕੀਤਾ, ਸਾਰੇ ਉੱਥੋਂ ਤੁਰਨ ਲੱਗੇ, ਤਾਂ ਕਬੀਰ ਸਾਹਿਬ ਜੀ ਦੇ ਸਿਰ ਤੇ ਬਸ ਕੱਲੀ ਜੋਤ ਚਲਦੀ ਹੈ, ਬਾਕੀਆਂ ਦੀ ਬੁਝ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੁਝਣ ਦਾ ਭਾਵ ਇਹ ਹੈ ਵੀ ਬੁਝ ਗਈ ਨਹੀਂ ਭਾਈ, ਚਲਦੀ ਤਾਂ ਹੈ। ਕਿਉਂਕਿ ਗੁਰਬਾਣੀ ਕਹਿੰਦੀ ਹੈ, ਇਹ ਸਰੀਰਾ ਮੇਰੇ ਐਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ। ਇਹ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਫਿਰ ਗੁਰੂ ਜੀ ਕਹਿੰਦੇ ਜੋਤ ਰਾਖੀ। ਇਹ ਸਰੀਰ ਵਿੱਚ ਉਹਨਾਂ ਨੇ ਜੋਤ ਰੱਖੀ। ਇਹ ਜੋਤ ਦੁਆਰਾ ਅਸੀਂ ਬੋਲਦੇ ਹਾਂ, ਚੱਲਦੇ ਹਾਂ, ਫਿਰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ। ਜਦੋਂ ਜੋਤ ਵੱਧ ਗਈ ਨਾ, ਫਿਰ ਤੇ ਚੱਕਲੋ ਹੋ ਜਾਣੀ ਹੈ। ਫਿਰ ਨਹੀਂ ਇਹਨੇ ਤੁਰਨਾ, ਫਿਰ ਨਹੀਂ ਬੋਲਣਾ। ਤਾਂ ਗੁਰਮੁਖੋ, ਜਦੋਂ ਮੁੜਦੇ ਨੇ ਨਾ, ਸਾਰੇ ਡੱਕਾ ਸੁੱਟਦੇ ਨੇ ਵਿੱਚ। ਸਾਰੇ ਇਹ ਗੱਲ ਕਹਿੰਦੇ ਨੇ, ਪੜੀਏ ਸਾਰੇ ਗੱਜ ਕੇ ਬੋਲੇ, ਕੋਈ ਰਸਨਾ ਬੰਦੀ ਨਾ ਰਵੇ। ਕਿਉਂ? ਅੱਗੇ ਤੇ ਕਰਮਾਂ ਨੇ ਤੈਨੂੰ ਲੰਘਾਉਣਾ ਹੈ, ਇੱਥੇ ਤੇ ਬਸ ਡੱਕਾ ਸੁੱਟ ਕੇ ਪਿੱਛੇ ਮੁੜ ਆਉਣਾ। ਡੱਕਾ ਸੁੱਟ ਕੇ ਪਿੱਛੇ ਮੁੜ ਆਉਣਾ ਤੇਰਿਆਂ। ਡੱਕਾ ਸੁੱਟ ਕੇ ਪਿੱਛੇ ਮੁੜ ਆਉਣਾ ਜੀ। ਡੱਕਾ ਸੁੱਟ ਕੇ ਪਿੱਛੇ ਮੁੜ ਆਉਣਾ ਜੀ। ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਜੀ। ਡੱਕਾ ਸੁੱਟ ਕੇ ਪਿੱਛੇ ਮੁੜ ਆਉਣਾ ਜੀ। ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਜੀ। ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ। ਡੱਕਾ ਸੁੱਟ ਕੇ ਪਿੱਛੇ ਮੁੜ ਆਉਣਾ। ਡੱਕਾ ਸੁੱਟ ਕੇ ਪਿੱਛੇ
ਸੁੱਟ ਕੇ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਤੇਰਿਆਂ ਭੈਣ ਭਰਾਵਾਂ ਨੇ ਤੇਰਿਆਂ ਭੈਣ ਭਰਾਵਾਂ ਨੇ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਓਏ ਤੇਰਿਆਂ ਸੰਗੀਆਂ ਨੇ ਤੇਰਿਆਂ ਸੰਗੀਆਂ ਨੇ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਓਏ ਤੇਰਿਆਂ ਸੰਗੀਆਂ ਨੇ ਪਿਆਰਿਆ ਤੇਰਿਆਂ ਸੰਗੀਆਂ ਨੇ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਵਾਹਿਗੁਰੂ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਜੀ ਡੱਕਾ ਸੁੱਟ ਕੇ ਉਹ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਤੇਰਿਆਂ ਸਕਿਆਂ ਨੇ ਪਿਆਰਿਓ ਤੇਰਿਆਂ ਸਕਿਆਂ ਨੇ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਤੇਰਿਆਂ ਸਖੀਆਂ ਨੇ ਪਿਆਰਿਆਂ ਤੇਰਿਆਂ ਸਖੀਆਂ ਨੇ ਡੱਕਾ ਸੁੱਟ ਕੇ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਡੰਡਾ ਸੁੱਟ ਕੇ ਪਿੱਛੇ ਮੁੜ ਆਉਣਾ ਤੇਰਿਆਂ ਸਕਿਆਂ ਨੇ ਪਿਆਰਿਆ ਤੇਰਿਆਂ ਸਕਿਆਂ ਨੇ ਡੰਡਾ ਸੁੱਟ ਕੇ ਇਉਂ ਕਿਹਾ ਵੀ ਭਾਈ ਡੱਕਾ ਸੁੱਟ ਕੇ ਨਾ ਪਿੱਛੇ ਮੁੜ ਜਾਣਾ ਹੈ। ਬਸ ਇੱਥੇ ਤੱਕ ਹੀ ਸਾਡਾ ਸਨੇਹ ਸੀ ਤੇਰੇ ਨਾਲ। ਕਰਮਾਂ ਨੇ ਤੈਨੂੰ ਪਾਰ ਲੰਘਾਉਣਾ ਹੈ। ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਇਹ ਜਿਹੜੇ ਕਰਮ ਤੂੰ ਦੁਨੀਆ 'ਚ ਕਰਦਾ ਨਾ ਇਹ ਤੈਨੂੰ ਪਾਰ ਇਹਨਾਂ ਨੇ ਲੰਘਾਉਣਾ ਹੈ। ਬਾਬਾ ਜੀ ਕੋਲ ਬਾਬਾ ਕਬੀਰ ਸਾਹਿਬ ਜੀ ਦੇ ਕੋਲ ਜਾ ਕੇ ਉਹ ਜਗਿਆਸੂ ਪੁੱਛਦਾ ਮਹਾਰਾਜ ਮੈਂ ਘਰੋਂ ਆਇਆ ਮਾਂ ਲੋਈ ਨੇ ਕਿਹਾ ਵੀ ਇਦਾਂ ਕਰਕੇ ਤੁਹਾਡੀ ਉਹਨਾਂ ਨੇ ਮੈਨੂੰ ਇੱਕ ਵਿਲੱਖਣਤਾ ਦੱਸੀ ਵੀ ਉਹਨਾਂ ਵਿੱਚ ਵੱਖਰਾ ਪਾਣਾ ਹੋਏਗਾ। ਪਰ ਮੈਂ ਜਦੋਂ ਇੱਥੇ ਆ ਕੇ ਵੇਖਿਆ ਇੱਥੇ ਤੇ ਸਾਰਿਆਂ ਦੇ ਜੋਤ ਚੱਲਦੀ ਸੀ। ਪਰ ਹੁਣ ਮੇਰੇ ਮਨ ਵਿੱਚ ਇੱਕ ਸ਼ੰਕਾ ਹੈ, ਮੇਰੀ ਇਹ ਸ਼ੰਕਾ ਨਿਵਰਤ ਕਰੋ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪੁੱਛੋ ਭਾਈ ਕੀ ਸ਼ੰਕਾ ਹੈ? ਕਹਿੰਦੇ ਜੀ ਜਦੋਂ ਮੈਂ ਤੁਹਾਡੇ ਅਰਥੀ ਦੇ ਨਾਲ ਜੁੜਿਆ ਮਿਲਿਆ ਉਦੋਂ ਸਾਰਿਆਂ ਦੇ ਸਿਰ ਤੇ ਜੋਤ ਚੱਲਦੀ ਸੀ, ਪਰ ਜਦੋਂ ਇਹ ਸੰਸਕਾਰ ਹੋ ਗਿਆ ਉਦੋਂ ਸਾਰਿਆਂ ਦੀ ਬੁਝ ਗਈ ਜੋਤ। ਕਬੀਰ ਸਾਹਿਬ ਕਹਿੰਦੇ ਭਲਿਆ ਆ ਜਾ ਤੈਨੂੰ ਦੱਸਦੇ ਆ। ਸਾਡੀ ਸੰਗਤ ਬੈਠੀ ਆ ਸੰਬੋਧਨ ਕਰਦੇ ਨੇ। ਕਹਿੰਦੇ ਜਦੋਂ ਮਨੁੱਖ ਅਰਥੀ ਦੇ ਨਾਲ ਤੁਰਦਾ ਉਦੋਂ ਮਨੁੱਖ ਦੇ ਮਨ ਵਿੱਚ ਇੱਕੋ ਹੀ ਗੱਲ ਹੁੰਦੀ ਹੈ, ਜਿਹੜੇ ਰਾਹ ਭਾਈ ਸਾਹਿਬ ਸਾਡੇ ਤੋਂ ਅੱਗੇ ਅਰਥੀ ਤੇ ਜਾ ਰਹੇ ਨੇ ਅਸੀਂ ਵੀ ਇਸੇ ਰਾਹ ਜਾਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਦੋਂ ਮੌਤ ਯਾਦ ਹੁੰਦੀ ਹੈ। ਜਦੋਂ ਮੌਤ ਯਾਦ ਹੋਵੇ ਮਾਨੋ ਉਦੋਂ ਰੱਬ ਯਾਦ ਹੈ। ਜਦੋਂ ਰੱਬ ਨਹੀਂ ਨਾ, ਜਦੋਂ ਮੌਤ ਨਹੀਂ ਯਾਦ ਮਾਨੋ ਕਿ ਉਦੋਂ ਫਿਰ ਰੱਬ ਵੀ ਨਹੀਂ ਯਾਦ। ਤਾਂ ਹੁਣ ਮਨੁੱਖ ਇਹ ਹਕੀਕਤ ਹੈ, ਅਸੀਂ ਵੀ ਇਹ ਰਾਹ ਜਾਣਾ ਬੰਦਾ ਮੇਰੀ ਮੇਰੀ ਕਰਦਾ, ਲੈ ਕੇ ਨਾਲ ਕੁਝ ਨਹੀਂ ਆਇਆ, ਲੈ ਕੇ ਜਾਣਾ ਕੁਝ ਵੀ ਨਹੀਂ, ਇਦਾਂ ਮਨੁੱਖ ਗੱਲਾਂ ਕਰਦਾ ਹੈ। ਜਾਣ ਦਾ ਸਾਰਾ ਕੁਝ ਹੈ। ਬਾਣੀ ਕਹਿੰਦੀ ਹੈ ਮਨ ਜਾਣਤ ਸਭ ਬਾਤ। ਸਾਰਾ ਕੁਝ ਹੀ ਮਨੁੱਖ ਜਾਣਦਾ ਹੈ, ਸਾਰੀ ਸਮਝ ਹੈ, ਪਰ ਫਿਰ ਵੀ ਔਗਣ ਜਾਣ ਕਰਦਾ ਹੈ। ਕਿਉਂਕਿ
ਮੈਂ ਕਈ ਵਾਰ ਇਹ ਬਚਨ ਸਾਂਝਾ ਸੰਗਤ ਨਾਲ ਕੀਤਾ ਹੈ ਕਿ ਇਹ ਜਿਹੜੀ ਜ਼ਿੰਦਗੀ ਆ ਨਾ, ਇਹ 4 ਦਿਨਾਂ ਦੀ ਜ਼ਿੰਦਗੀ ਹੈ। ਪਹਿਲਾਂ ਬਚਪਨ, ਫਿਰ ਜਵਾਨੀ, ਅਧਖੜ ਉਮਰ, ਫਿਰ ਵੱਡੇਪਾ। ਤੇ ਆਓ ਕਰੀਏ ਮਨ ਵਿਰਤੀਆਂ ਨੂੰ ਇਕਾਗਰ, ਧਾਰਨਾ ਪੜਨ ਉਪਰੰਤ ਫਿਰ ਇਤਿਹਾਸ ਨਾਲ ਜੁੜਾਂ। ਸਾਰੇ ਗੱਜ ਕੇ ਬੋਲਿਓ, ਕੋਈ ਰਸਨਾ ਵਾਂਝੀ ਨਾ ਰਵੇ। ਚਾਰ ਦਿਨਾਂ ਦੀ ਪਰਾਉਣੀ ਇਸ ਜਗ ਤੇ, ਕਾਹਦਾ ਜਿੰਦੇ ਮਾਣ ਕਰੇ। ਦਿਨਾਂ ਦੀ ਪਰਾਉਣੀ ਇਸ ਜਗ ਕਾਹਦਾ ਜਿੰਦੇ ਤੂੰ ਮਾਣ ਕਰੇ। ਹਰ ਦਿਨਾਂ ਦੀ ਪਰਾਉਣੀ ਇਸ ਜਗ ਤੇ, ਕਾਹਦਾ ਜਿੰਦੇ ਮਾਣ ਕਰੇ। 4 ਦਿਨਾਂ ਦੀ ਪਰਾਉਣੀ ਇਸ ਜਗ ਤੇ, ਕਾਹਦਾ ਜਿੰਦੇ ਮਾਣ ਕਰੇ। 4 ਦਿਨਾਂ ਦੀ ਪਰਾਉਣੀ ਇਸ ਜਗ ਤੇ, ਕਾਹਦਾ ਜਿੰਦੇ ਮਾਣ ਕਰੇ। 4 ਦਿਨਾਂ ਦੀ ਪਰਾਉਣੀ ਇਸ ਜਗ ਤੇ, ਕਾਹਦਾ ਜਿੰਦੇ ਮਾਣ ਕਰੇ। 4 ਗਵਾਇਆ ਹੰਡ ਕੈ ਹੋ 4 ਗਵਾਇਆ ਸਮ, ਰਬ ਮੰਗੇ ਪਿਆ ਤੂੰ ਆਹੋ ਕਿਹੜੇ ਕੰਮ। ਸਤਿਗੁਰੂ ਜੀ ਦੇ ਪਾਵਨ ਤੇ ਪਵਿੱਤਰ ਗੁਰੂ ਕੇ ਚਰਨਾਂ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਕਰੋ ਮਨ ਵਿਰਤੀਆਂ ਕਾਗਰ, ਦਿਓ ਪਿਆਰ, ਦਿਓ ਅਸੀਸ, ਕੋਈ ਰਸਨਾ ਵਾਂਝੀ ਨਾ ਰਵੇ।
ਪਿਆਰ ਨਾਲ ਦੁਹਰਾਈਏ, ਬੁਲਾਈਏ ਫਤਿਹ। ਇੱਕੋ ਵਾਰੀ ਕਹਿਣ ਤੇ ਜਿੰਨੇ ਵੀ ਆਪਾਂ ਪਹੁੰਚੇ ਆਂ ਬੁਲੰਦ ਆਵਾਜ਼ ਵਿੱਚ ਸੀਸ ਝੁਕਾ ਕੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਲਵਾਈਏ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਇਹ ਜਿਹੜਾ ਸੰਸਾਰ ਹੈ ਨਾ, ਮਾਤ ਲੋਕ ਹੈ। ਇਹਨੂੰ ਮਾਤ ਲੋਕ ਤਾਂ ਕਿ ਹੈ, ਇਹ ਮਾਂ ਤੋਂ ਪੈਦਾ ਹੋਏ ਹੈ। ਮਾਂ ਤੋਂ ਪਰਮੇਸ਼ਰ ਨੇ ਦੁਨੀਆ ਨੂੰ ਬਣਾਤਾ। ਦੁਨੀਆ ਨੂੰ ਬਣਾਉਣ ਤੋਂ ਬਾਅਦ ਰੱਬ ਕਹਿੰਦਾ ਵੀ ਮੈਂ ਸਾਰੇ ਥਾਵਾਂ ਤੇ ਨਹੀਂ ਪਹੁੰਚ ਸਕਦਾ। ਉਹਨੇ ਇੱਕ ਮਾਂ ਪੈਦਾ ਕੀਤੀ, ਜਿਹੜੀ ਮਾਂ ਦੀ ਮਮਤਾ ਹੈ, ਜਿਹੜਾ ਮਾਂ ਦਾ ਪਿਆਰ ਹੈ, ਜਿਹੜਾ ਮਾਂ ਦਾ ਪੁੱਤਰ ਨਾਲ ਵਿਰਾਗ ਹੈ ਨਾ, ਐਸਾ ਪੈਦਾ ਕਰ ਦਿੱਤਾ ਕਿ ਗੁਰਮੁਖੋ ਰੱਬ ਵੀ ਉੱਥੇ ਚੇਤੇ ਨਹੀਂ ਆਉਂਦਾ ਜਿੱਥੇ ਮਾਂ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਜਨਮ ਹੋਇਆ ਤਾਂ ਗੁਰਮੁਖੋ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਬਚਨਾਂ ਦੁਆਰਾ ਮਾਂ ਨੂੰ ਬੜੇ ਪਿਆਰ, ਸਤਿਕਾਰ ਸਹਿਤ ਬਾਣੀ ਵਿੱਚ ਵੀ ਸੰਬੋਧਨ ਕੀਤਾ। ਸੋ ਕਿਉ ਮੰਦਾ ਆਖੀਐ, ਜਿਤ ਜਮੈ ਰਾਜਾ। ਗੁਰਮੁਖ ਵਾ ਉਹ ਮਾਂ ਨੂੰ ਮੰਦਾ ਬੋਲਣ ਵਾਲਿਓ, ਮਾੜਾ ਕਹਿਣ ਵਾਲਿਓ, ਉਹ ਮਾਂ ਤੋਂ ਬੜੇ ਵੱਡੇ ਸੂਰਮੇ, ਬੜੇ ਵੱਡੇ ਜੋਗੀ, ਬੜੇ ਵੱਡੇ ਸਿੱਧ ਮਾਂ ਤੋਂ ਪੈਦਾ ਹੋਏ। ਇਸ ਕਰਕੇ ਮਾਂ ਨੂੰ ਗੁਰੂ ਨਾਨਕ ਮਹਾਰਾਜ ਨੇ ਕਿਹਾ ਮੰਦਾ ਨਹੀਂ ਕਹਿਣਾ। ਇਹ ਸੰਸਾਰ ਹੈ ਜਿਹੜਾ ਮਾਂ ਤੋਂ ਪੈਦਾ ਹੋਇਆ। ਤੇ ਆਓ ਗੁਰਮੁਖੋ ਇਤਿਹਾਸ ਨਾਲ ਜੁੜੀਏ। ਮਾਂ ਭਰਾਈ, ਕਿਉਂਕਿ ਮਾਂ ਮਾਤਾ ਜੀ, ਮਾਤਾ ਸਵਰਨ ਕੌਰ ਜੀ, ਉਹ ਸੰਸਾਰ ਤੋਂ ਪਰਿਵਾਰ ਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਆ। ਇੱਕ ਸਮੇਂ ਦੀ ਵਾਰਤ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਮੈਂ ਵੇਖਿਆ, ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਵੇਖਿਆ ਹੋਣਾ ਹੈ, ਇਸੇ ਇਤਿਹਾਸ ਵਿੱਚ ਆਪਾਂ ਅੱਗੇ ਚੱਲਦੇ ਜਾਵਾਂਗੇ। ਮਾਂ ਪਿਓ ਆਪਣੇ ਬੱਚਿਆਂ ਤੋਂ ਬੜੀ ਆਸਾਂ ਰੱਖਦੇ ਨੇ। ਆਸਾਂ ਨਾਲ ਹੀ ਜ਼ਿੰਦਗੀ ਜਿਉਂਦੀ ਹੈ, ਆਸਾਂ ਨਾਲ ਹੀ ਜ਼ਿੰਦਗੀ ਬੰਦੇ ਦੀ ਚੱਲਦੀ ਹੈ। ਆਸ ਲੈ ਕੇ ਬੰਦਾ ਤੁਰਦਾ ਹੈ, ਚਾਹੇ ਉਹ ਮਾਈ ਹੈ, ਚਾਹੇ ਉਹ ਭਾਈ ਹੈ, ਚਾਹੇ ਸਾਡੀ ਭੈਣ ਹੈ, ਚਾਹੇ ਉਹ ਸਾਡਾ ਭਰਾ ਹੈ, ਚਾਹੇ ਸਾਡਾ ਬੱਚਾ ਹੈ। ਇੱਕ ਆਸ ਨੂੰ ਲੈ ਕੇ ਚੱਲਦੇ। ਮਹਾਂਪੁਰਸ਼ ਪੜ੍ਹਦੇ ਹੁੰਦੇ, ਪੜ੍ਹੀਏ ਸਾਰੇ ਗੱਜ ਕੇ।
ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਦਮਾਂ ਦਾ ਜੀ ਭਰੋਸਾ ਕੋਈ ਨਾ, ਦਮਾਂ ਦਾ ਜੀ ਭਰੋਸਾ ਕੋਈ ਨਾ। 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 ਰੱਖਦਾ ਉਮੀਦਾਂ ਲੰਮੀਆਂ ਜੀ ਉਮੀਦਾਂ, ਦਮਾਂ ਦਾ ਭਰੋਸਾ ਕੋਈ ਨਾ। ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਦਮਾਂ ਦਾ ਭਰੋਸਾ ਕੋਈ ਨਾ। ਇਉਂ ਬੰਦਾ ਵੱਡੀਆਂ ਵੱਡੀਆਂ ਉਮੀਦਾਂ ਰੱਖਦਾ, ਮੇਰੇ ਧੀਆਂ ਹੋਈਆਂ, ਮੇਰੇ ਪੁੱਤਰ ਹੋਏ, ਮੇਰਾ ਪਰਿਵਾਰ ਹੋਇਆ, ਮੈਂ ਆਪਣੇ ਪਰਿਵਾਰ ਦੇ ਨਾਲ, ਮੇਰਾ ਬੱਚਾ ਪੜ੍ਹ ਲੈ ਕੇ ਆ ਬਣੇਗਾ, ਮੇਰਾ ਬੱਚਾ ਪੜ੍ਹ ਲੈ ਕੇ ਆ ਬਣੇਗਾ, ਮੈਂ ਇਦਾਂ ਕਰਾਂਗਾ, ਮੈਂ ਇਦਾਂ ਬਣਾਵਾਂਗਾ। ਹੁੰਦਾ ਹੀ ਹੈ ਨਾ, ਇਦਾਂ ਜ਼ਿੰਦਗੀ ਹੈ। ਤਾਂ ਹੁਣ ਮਾਤਾ ਭਰਾਈ ਜੀ ਵੀ ਉਹਦੇ ਬੱਚੇ ਨੇ ਇਤਿਹਾਸਕਾਰ ਲਿਖਦੇ ਨੇ ਵੀ 4-5 ਬੱਚੇ ਨੇ, ਤੇ ਹੁਣ ਉਹਨੇ ਬੜੀ ਮਿਹਨਤ ਮਸ਼ੱਕਤ ਨਾਲ ਪਾਲੇ। ਤਾਂ ਹੁਣ ਬੱਚੇ ਵਿਆਹੇ ਗਏ, ਅੱਡ ਹੋ ਗਏ, ਹੁਣ ਮਾਂ ਨੂੰ ਕੋਈ ਨਹੀਂ ਪੁੱਛਦਾ। ਮਾਂ ਹੁਣ ਇਕੱਲੀ ਰਹਿੰਦੀ ਹੈ, ਦੁਖੀ ਹੁੰਦੀ ਹੈ, ਫਿਰ ਰੱਬ ਨੂੰ ਯਾਦ ਕਰਦੀ ਹੈ, ਮਾਲਕਾ ਮੇਰੀ ਜ਼ਿੰਦਗੀ ਵਿੱਚ ਇੰਨੇ ਹੀ ਦੁੱਖ ਲਿਖਣੇ ਸੀ, ਮੈਂ ਇਹਨਾਂ ਦੁੱਖਾਂ ਦੀ ਖਾਤਰ ਹੀ ਇਹਨਾਂ ਆਪਣੇ ਬੱਚਿਆਂ ਨੂੰ ਵਿਆਹਿਆ, ਪੜ੍ਹਾਇਆ, ਲਿਖਾਇਆ, ਅੱਜ ਮੈਂ ਇੰਨੀ ਦੁਖੀ। ਤਾਂ ਕਰਕੇ ਫਿਰ ਗੁਰਦੇਵ ਜੀ ਕਹਿੰਦੇ ਨੇ, ਮਾਲਕ ਜੀ ਬਾਣੀ ਵਿੱਚ ਲਿਖਦੇ ਨੇ, ਕਹਿੰਦੇ ਜਦੋਂ ਅਸੀਂ ਰੱਬ ਨਾਲ ਜੁੜਦੇ ਆ ਨਾ, ਫਿਰ ਦੁੱਖ ਦੂਰ ਹੁੰਦੇ ਆ। ਜਦੋਂ ਰੱਬ ਨਾਲ ਟੁੱਟਦੇ ਆ, ਫਿਰ ਦੁੱਖ ਮਹਿਸੂਸ ਹੁੰਦੇ ਆ। ਪਰਮੇਸ਼ਰ ਤੇ ਭੁੱਲੇ ਆ, ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋਗ। ਖਿੰਨ ਮੈਂ ਕੌੜੇ ਹੋਏ ਗਏ, ਉਹ ਮਿੰਟਾਂ 'ਚ ਹੀ ਕੌੜੇ ਹੋ ਜਾਂਦੇ ਨੇ, ਜਿਹੜੇ ਰਸ ਮਿੱਠੇ ਮਿੱਠੇ ਕਰਕੇ ਅਸੀਂ ਭੋਗਦੇ ਆ। ਜਿੱਤੜੇ ਮਾਇਆ
ਭੋਗ ਜਿਹੜੇ ਭੋਗਦੇ ਆ, ਗੁਰੂਦੇਵ ਜੀ ਕਹਿੰਦੇ ਵਿੱਚ ਨਾ ਕੋਈ ਕਰ ਸਕੈ, ਕਿਸ ਤੈ ਰੋਵੈ ਰੋਜ਼, ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਜੋ ਲਿਖ ਦਿੱਤਾ ਨਾ ਮਾਲਕ ਨੇ, ਉਹ ਸੰਜੋਗਾਂ 'ਚ ਹੋ ਕੇ ਰਹਿੰਦਾ। ਪਰ ਇੱਕ ਗੱਲ ਚੇਤੇ 'ਚ ਰੱਖਿਓ, ਕਈ ਵਾਰੀ ਮਾਲਕ ਦੇ ਹੱਥ ਵਿੱਚ ਐਡੀ ਵੱਡੀ ਤਾਕਤ ਹੈ, ਲਿਖੀ ਹੋਈ ਬਦਲ ਦਿੰਦੇ ਨੇ। ਉਹ ਲਿਖਤਕਾਰ ਨੂੰ ਮਾਲਕ ਦੇ ਪਿਆਰੇ ਬਦਲ ਦਿੰਦੇ ਨੇ। ਤਾਂ ਗੁਰਮੁਖੋ, ਹੁਣ ਕੋਈ ਗੁਰੂ ਦਾ ਪਿਆਰ ਵਾਲਾ ਉਹ ਮਾਂ ਨੂੰ ਮਿਲਿਆ, ਮਾਤਾ ਭਰਾਈ ਨੂੰ। ਕੀ ਹੋਇਆ ਮਾਂ? ਸਾਡੀ ਵਾਰਤਾ ਦੱਸੀ, ਘਬਰਾ ਨਾ, ਤੂੰ ਰੱਬ ਦਾ ਸਿਮਰਨ ਕਰਿਆ ਕਰ, ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਯਾਦ ਕਰਿਆ ਕਰ। ਉਹ ਹੁਣ ਯਾਦ ਕਰਦੀ ਆ ਹਰ ਰੋਜ਼। ਫਿਰ ਕੀ ਕਰਿਆ? ਕਹਿੰਦੀ ਮੈਂ ਉਹਨਾਂ ਨੂੰ ਮਿਲਣਾ, ਮਿਲਾਂ ਕਿਵੇਂ? ਇੱਕ ਵਿਧੀ ਦਾ ਵਿਧਾਨ ਦੱਸਿਆ ਗੁਰਸਿੱਖਾਂ ਨੇ। ਕਹਿੰਦੇ ਇਉਂ ਕਰ, ਮਹਾਰਾਜ ਵਾਸਤੇ ਨਾ ਇੱਕ ਦੁਸ਼ਾਲਾ, ਇੱਕ ਭੇਟਾ ਤਿਆਰ ਕਰ ਲੈ। ਉਹ ਮਾਂ ਭਰਾਈ ਨੇ ਬੜਾ ਸੋਹਣਾ ਸੂਤ ਕੱਤਿਆ ਪਹਿਲਾਂ ਤਾਂ, ਫਿਰ ਉਹਨੂੰ ਰੰਗਿਆ। ਇੱਕ ਇੱਕ ਤੰਦ ਪਾਉਂਦੀ ਹੈ ਕੱਤਣ ਦੇ ਨਾਲ, ਚਰਖੇ ਦੇ ਨਾਲ, ਤੇ ਨਾਲ ਰੱਬ ਨੂੰ ਯਾਦ ਕਰਦੀ ਹੈ। ਬੜਾ ਸੋਹਣਾ ਸੂਤ ਕੱਤ ਲਿਆ ਤੇ ਬੜਾ ਸੋਹਣਾ ਨੂੰ ਰੰਗ ਦਿੱਤਾ। ਤੇ ਹੁਣ ਇੱਕ ਜਲਾਹੇ ਭਰਾ ਕੋਲ ਗਈ ਵੀ ਇਹਦੀ ਸੋਹਣਾ ਦੁਸਾਲਾ ਬਣਾ ਦੇ। ਜਦੋਂ ਗੁਰੂ ਸਾਹਿਬ ਜਿਹਨੂੰ ਫਿਰ ਭੇਟਾ ਮੈਂ ਕਰਨਾ, ਤੇਰੀ ਜਿੰਨੀ ਮਿਹਨਤ ਮਜ਼ਦੂਰੀ ਹੋਏਗੀ ਮੈਂ ਜ਼ਰੂਰ ਦੇਵਾਂਗੀ। ਇਦਾਂ ਹੀ ਕੀਤਾ। ਹੁਣ ਉਹ ਦੁਸ਼ਾਲਾ ਬੜਾ ਸੋਹਣਾ ਥੋੜੇ ਸਮੇਂ 'ਚ ਤਿਆਰ ਹੋਇਆ। ਉਹ ਗੁਰਸਿੱਖ ਭਰਾ ਭੈਣ ਸੰਗਤ ਰੂਪ ਫੇਰ ਆਈ, ਕਹਿੰਦੇ ਜੀ ਤਿਆਰ ਕਰ ਲਿਆ ਬੀਬਾ ਤੇ ਹੁਣ ਦੁਸ਼ਾਲਾ? ਉਹ ਕਹਿਣ ਲੱਗੀ ਹਾਂ। ਫਿਰ ਚੱਲ ਗੁਰੂ ਸਾਹਿਬ ਦੇ ਕੋਲ, ਤੈਨੂੰ ਲੈ ਕੇ ਚੱਲਾ, ਤੇਰਾ ਦੁਸ਼ਾਲਾ ਗੁਰੂ ਸਾਹਿਬ ਨੂੰ ਭੇਟਾ ਕਰਨ ਚੱਲੀਏ। ਫਿਰ ਇਉਂ ਕਰੋ, ਦੁਸ਼ਾਲੇ ਦੇ ਨਾਲ ਕੁਝ ਹੋਰ ਕੀ ਲਵਾਂ? ਕਹਿੰਦੇ ਭੋਜਨ ਬਣਾ ਲਓ, ਪ੍ਰਸ਼ਾਦਾ। ਪ੍ਰਸ਼ਾਦਾ ਵੀ ਬੜੇ ਪਿਆਰ ਨਾਲ ਹੀ ਬਣਾਇਆ। ਲੈ ਕੇ ਤੁਰ ਪਏ। ਤੁਰੇ ਜਾਂਦੇ ਨੇ, ਨਾਲੇ ਯਾਦ ਕਰਦੇ ਨੇ। ਕੀ ਕਹਿੰਦੇ ਨੇ? ਗੱਜ ਕੇ ਬੋਲਿਓ। ਸਤਨਾਮ 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 ਜੀ, ਵਾਹਿਗੁਰੂ 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 ਜੀ। 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 ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ 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 ਵਾਹਿਗੁਰੂ। ਇਹੋ ਬੇਨਤੀਆਂ ਕਰਦੀ ਏ ਮਾਂ। ਜਾ ਕੇ ਕਰਨੇ ਨੇ ਦਦਾਰੇ ਸੱਚੇ ਗੁਰਾਂ ਦੇ, ਛੇਤੀ ਛੇਤੀ ਮੁਕਤ ਪੈਂਡਿਆ। ਕਰਨੇ ਨੇ ਦਦਾਰੇ ਸੱਚੇ ਗੁਰਾਂ ਦੇ, ਛੇਤੀ ਛੇਤੀ ਮੁਕਤ ਪੈਂਡਿਆ। ਜਾ ਕੇ ਕਰਨੇ
ਨੇ ਦਿਦਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਜਾ ਕੇ ਕਰਨੇ ਨੇ ਦਿਦਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਦਿਦਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਜਾ ਕੇ ਕਰਨੇ ਨੇ ਦਿਦਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਛੇਤੀ ਛੇਤੀ ਜੀ ਮੁੱਕ ਪੈਂਡਿਆ ਛੇਤੀ ਛੇਤੀ ਜੀ ਮੁੱਕ ਪੈਂਡਿਆ ਹੋ ਛੇਤੀ ਛੇਤੀ ਜੀ ਮੁੱਕ ਪੈਂਡਿਆ 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 ਕਰਨੇ ਨੇ ਦੁਬਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਜਾ ਕੇ ਕਰਨੇ ਨੇ ਦੁਬਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਜਾ ਕੇ ਕਰਨੇ ਨੇ ਦਿਦਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਜਾ ਕੇ ਕਰਨੇ ਨੇ ਦਿਦਾਰੇ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਜਾ ਕੇ ਕਰਨੇ ਨੇ ਦਿਦਾਰ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਜਾ ਕੇ ਕਰਨੇ ਨੇ ਦੀਦਾਰ ਸੱਚੇ ਗੁਰਾਂ ਦੇ ਛੇਤੀ ਛੇਤੀ ਮੁੱਕ ਪੈਂਡਿਆ ਇਉਂ ਬੇਨਤੀਆਂ ਕਰਦੇ ਆ ਵੀ ਜਾ ਕੇ ਦਰਸ਼ਨ ਦਿਦਾਰੇ ਕਰਨੇ ਆ। ਉਹ ਹੁਕਮ ਆਇਆ ਵੀ ਸਾਡੇ ਦਰਮਿਆਨ ਮੰਤਰੀ ਸਾਹਿਬ ਪਹੁੰਚੇ ਨੇ ਵੀ ਉਹਨਾਂ ਨੇ ਕਹਿੰਦੇ ਜ਼ਰੂਰੀ ਅੱਗਾ ਜਾਣਾ ਹੈ ਵੀ ਉਹਨਾਂ ਨੂੰ ਵੀ ਕੀਰਤਨ ਦੇ ਵਿੱਚੋਂ ਹੀ ਸਮਾਂ ਦਿੱਤਾ ਜਾਏ ਕਿ ਸਾਡੇ ਦਰਮਿਆਨ ਮੰਤਰੀ ਸਾਹਿਬ ਪਹੁੰਚੇ ਆ। ਹੁਕਮ ਆਇਆ ਪਰਿਵਾਰ ਦਾ ਵੀ ਉਹਨਾਂ ਨੂੰ ਕੀਰਤਨ ਦੇ ਵਿੱਚ ਹੀ ਮਾਤਾ ਜੀ ਦੇ ਪ੍ਰਤੀ ਦੋ ਬੋਲ ਬੋਲਣ ਦਾ ਸਮਾਂ ਦਿੱਤਾ ਜਾਏ। तो मैं बेनती करा मंत्री साहब जी नूं भी आ जाना स्टेज ते तो ठीक है जी। चलो साडा तां जिवें असीं तन्ना हुक्म दे ताबेदार ते हुक्म दे दायरे विच चलो रहो विचार आखो जी सतनाम ਵਾਹਿਗੁਰੂ ਜਿਹੜੇ ਹਜੇ ਤੱਕ ਨਹੀਂ ਬੋਲੇ ਉਹ ਵੀ ਜ਼ਰੂਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬੀਬੀ ਮਾਤਾ ਭਰਾਈ ਯਾਦ ਕਰਦੀ ਹੈ ਕਿ ਸਤਿਗੁਰੂ ਜੀ ਹੁਣ ਅਗਾਂਹ ਨਹੀਂ ਤੁਰਿਆ ਜਾਂਦਾ। ਗੁਰੂ ਕੇ ਪਾਵਨ ਚਰਨਾਂ 'ਚ ਪਹੁੰਚ ਗਏ ਤੇ ਪਹੁੰਚ ਕੇ ਮਹਾਰਾਜ ਨੂੰ ਯਾਦ ਕਰਦੇ ਨੇ ਕਿ ਮਹਾਰਾਜ ਹੁਣ ਇਦੋਂ ਅਗਾਂਹ ਨਹੀਂ ਤੁਰਿਆ ਜਾਂਦਾ ਤੇ ਪਿੱਛੇ ਹੀ ਬਹਿ ਗਈ। ਕਿਉਂ? ਕਿਉਂਕਿ ਵੇਖਦੀ ਆ ਗੁਰੂ ਕੇ ਦਰਬਾਰ 'ਚ ਬੜੇ ਵੱਡੇ ਮਹਿੰਗੇ ਮਹਿੰਗੇ ਗੁਰੂ ਜੀ ਨੂੰ ਦੁਸ਼ਾਲੇ ਭੇਟਾ ਹੋ ਰਹੇ ਨੇ। ਬੜੀਆਂ ਕੀਮਤੀਆਂ ਸੁਗਾਤਾਂ ਗੁਰੂ ਜੀ ਨੂੰ ਵੱਡੇ 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 ਸੱਤ ਭੰਤੇ ਪਕਵਾਨ ਗੁਰੂ ਜੀ ਨੂੰ ਅੱਗੇ ਰੱਖ ਕੇ ਸੰਗਤਾਂ ਨਮਸਕਾਰਾਂ ਕਰਦੀਆਂ ਨੇ। ਤਾਂ ਮਾਤਾ ਜੀ ਮਾਤਾ ਭਰਾਈ ਉੱਥੇ ਬੈਠ ਗਈ ਵੀ ਇਹ ਮੇਰਾ ਕੀ ਤੁੱਛ ਹੈ, ਇਹਦਾ ਕੀ ਮੁੱਲ ਹੈ। ਕਿਉਂਕਿ ਗੁਰੂ ਜੀ ਕਹਿੰਦੇ ਨੇ ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਤੇ ਪਿਆਰ ਦੀ ਭਾਵਨਾ ਦੀ ਗੱਲ ਹੈ। ਤਾਂ ਹੁਣ ਸਤਿਗੁਰੂ ਜੀ ਸੁਖਾਸਣ ਤੋਂ ਉੱਠੇ, ਉੱਥੇ ਆ ਗਏ ਜਿੱਥੇ ਮਾਂ ਬੈਠੀ ਹੈ। ਮਾਂ ਨੂੰ ਆ ਕੇ ਕਹਿੰਦੇ ਆ ਲਿਆ ਭਾਈ ਭੁੱਖ ਵੱਡੀ ਲੱਗੀ ਹੈ ਬੀਬਾ, ਤੂੰ ਤੇ ਪ੍ਰਸ਼ਾਦਾ ਇੱਥੇ ਲਈ ਬੈਠੀ ਹੈ।
ਸਤਿਗੁਰੂ ਜੀ ਨੇ ਪ੍ਰਸ਼ਾਦਾ ਫੜਿਆ ਤੇ ਬੜੇ ਪਿਆਰ ਨਾਲ ਬੜੇ ਅਦਬ ਨਾਲ ਛਕਿਆ। ਫੇਰ ਕਿਹਾ ਮਾਤਾ ਕੁਝ ਹੋਰ ਵੀ ਲੈ ਕੇ ਆਈ ਹੈ। ਮਾਂ ਸੰਗਦੀ ਹੈ ਵੀ ਐਡੇ ਵੱਡੇ ਦਰਬਾਰ ਵਿੱਚ ਮੇਰੇ ਦੁਸ਼ਾਲੇ ਦੀ ਕੀ ਕੀਮਤ ਹੈ। ਫਿਰ ਉਹ ਦੁਸ਼ਾਲਾ ਸਤਿਗੁਰੂ ਜੀ ਨੇ ਕਿਹਾ ਮਾਂ ਲਿਆ ਮੈਨੂੰ ਦੇ ਦੇ। ਆਵਾਜ਼ ਮਾਰ ਕੇ ਨਾ ਸਤਿਗੁਰਾਂ ਨੇ ਦੁਸ਼ਾਲਾ ਲਿਆ ਮਾਂ ਤੋਂ। ਤੇ ਗੁਰਮੁਖੋ ਇਹ ਮਾਂ ਹੈ ਨਾ ਜਿਹੜੀ ਮਾਂ, ਅਸੀਂ ਆਪਣੀਆਂ ਮਾਵਾਂ ਦੀ ਕਦਰ ਨਹੀਂ ਕਰਦੇ। ਮਾਂ ਦਾ ਜਿਹੜਾ ਪਿਆਰ ਹੈ ਨਾ, ਮਾਂ ਦਾ ਜਿਹੜਾ ਪਿਆਰ ਹੈ, ਸਤਿਕਾਰ ਹੈ ਨਾ, ਜਿਹੜਾ ਜਿਨ੍ਹਾਂ ਦੀ ਮਾਂ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਮਾਂ ਦਾ ਦਰਦ ਕੀ ਹੈ। ਇਹ ਮਾਂ ਆ ਜਿਹੜੀ। ਤੇ ਸਤਿਗੁਰੂ ਜੀ ਨੇ ਫਿਰ ਮਾਂ ਦਾ ਜੰਮਣ ਤੇ ਮਰਨਾ ਮੇਟ ਦਿੱਤਾ, ਮੁਕਤ ਕਰ ਦਿੱਤਾ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਵੀ ਇਹੀ ਸੰਬੋਧਨ ਕਰਦੇ ਆ। ਆਓ ਗੁਰਮੁਖੋ, ਆਈ ਇੱਕ ਸ਼ਬਦ ਉਪਰੰਤ ਫਿਰ ਆਪਾਂ ਸਮਾਪਤੀ ਵੱਲ ਵਧਾਂਗੇ। ਇੱਕ ਕਵਿਤਾ ਦੇ ਰੂਪ ਦੇ ਵਿੱਚ ਸਾਡੇ ਜਥੇ ਦੇ ਸਿੰਘ ਪੜ੍ਹਨਗੇ। ਮਾਂ ਦੀ ਯਾਦ ਵਿੱਚ ਇੱਕ ਕਵਿਤਾ। ਤੋ ਆਓ ਸਰਵਣ ਕਰੀਏ। ਨਹੀਂ ਓ ਸੁਚੜੀ ਕੋਈ ਥਾਂ ਲੱਭਣੀ, ਓ ਅਮੜੀ ਦੀ ਗੋਦ ਜਿਹੀ ਠੰਡੀ ਕਿਧਰੇ ਨਿਛਾਂ ਲੱਭਣੀ। ਨਹੀਂ ਓ ਸੁਚੜੀ ਕੋਈ ਥਾਂ ਲੱਭਣੀ, ਓ ਅਮੜੀ ਦੀ ਗੋਦ ਜਿਹੀ ਠੰਡੀ ਕਿਧਰੇ ਨਿਛਾਂ ਲੱਭਣੀ। ਹਾਸੇ ਉੱਡ ਗਏ ਜ਼ਬਾਨ ਉਤੋਂ, ਹਾਸੇ ਉੱਡ ਗਏ ਜ਼ਬਾਨ ਉਤੋਂ। ਖੋਰੇ ਕਾ ਤੋਂ ਮਾਵਾਂ ਛੱਡ ਕੇ ਤੁਰ ਜਾਂਦੀਆਂ ਜਹਾਨ ਉਤੋਂ। ਹੋ ਖੋਰੇ ਕਾ ਤੋਂ ਮਾਵਾਂ ਛੱਡ ਕੇ ਤੁਰ ਜਾਂਦੀਆਂ ਜਹਾਨ ਉਤੋਂ। ਅਸੀਸਾਂ ਦੇਂਦੀ ਨਾ ਥੱਕਦੀ ਏ, ਮਾਂ ਬਿਨਾ ਹੋਰ ਨਾ ਕੋਈ ਰਾਵਾਂ ਬਹਿ ਬਹਿ ਕੇ ਤੱਕਦੀ ਏ। ਹੋ ਮਾਂ ਬਿਨਾ ਹੋਰ ਨਾ ਕੋਈ ਰਾਵਾਂ ਬਹਿ ਬਹਿ ਕੇ ਤੱਕਦੀ ਏ। ਹਰ ਵੇਲੇ ਹੀ ਹੱਸਦੀ ਏ, ਹਰ ਵੇਲੇ ਹੀ ਹੱਸਦੀ ਏ। ਦੁੱਖ ਕਦੇ ਆਪਣੇ ਅਮੀ ਨਾ ਸੱਚੀ ਬੋਲ ਕੇ ਦੱਸਦੀ ਏ। ਦੁੱਖ ਕਦੇ ਆਪਣੇ ਅਮੀ ਨਾ ਕਦੇ ਬੋਲ ਕੇ ਦੱਸਦੀ ਏ। ਹੱਦੋਂ ਵੱਧ ਸਤਿਕਾਰ ਕਰੋ, ਮਰ ਕੇ ਨੀ ਦੇਖਣਾ ਇਨਾ। ਜਿਉਂਦੇ ਮਾਪਿਆਂ ਨੂੰ ਪਿਆਰ ਕਰੋ, ਹੋ ਮਰ ਕੇ ਨਹੀਂ ਦੇਖਣਾ ਇਨਾ। ਜਿਉਂਦੇ ਮਾਪਿਆਂ ਨੂੰ ਪਿਆਰ ਕਰੋ। ਕਾਤੋਂ ਰਹਿਣਾ ਏ ਦੱਸ ਡਰਦਾ, ਅੰਮੀ ਨੂੰ ਪਾ ਕੇ ਗੱਲ ਵਕੜੀ। ਕਿ ਤੇਰੇ ਬਿਨਾ ਮਾਏ ਨਹੀਂ ਸਰਦਾ। ਅੰਮੀ ਨੂੰ ਪਾ ਕੇ ਗੱਲ ਵਕੜੀ, ਕਿ ਮਾਏ ਤੇਰੇ ਬਿਨਾ ਨਹੀਂ ਸਰਦਾ।
ਸਾਰੀ ਉਮਰ ਨਾ ਹੰਭਦੀ ਏ ਭੁੱਖੀ ਜੇ ਔਲਾਦ ਹੋਵੇ ਰੋਟੀ ਮਾਂ ਨੂੰ ਨਾ ਲੰਘਦੀ ਏ ਹੋ ਭੁੱਖੀ ਜੇ ਔਲਾਦ ਹੋਵੇ ਰੋਟੀ ਮਾਂ ਨੂੰ ਨਾ ਲੰਘਦੀ ਏ ਭੁੱਲ ਕੇ ਵੀ ਦੁਰਕਾਰੋ ਨਾ ਭੁੱਲ ਕੇ ਦੁਰਕਾਰੋ ਨਾ ਇਹ ਛਾਵਾਂ ਨਿਰਵੈਰ ਠੰਡੀਆਂ ਮੁੱਲ ਮਿਲਨ ਬਜ਼ਾਰੋਂ ਨਾ ਇਹ ਛਾਵਾਂ ਨਿਰਵੈਰ ਠੰਡੀਆਂ ਮੁੱਲ ਮਿਲਨ ਬਜ਼ਾਰੋਂ ਨਾ ਨਹੀਂ ਉਹ ਸੁਚੜੀ ਕੋਈ ਥਾਂ ਲੱਭਣੀ ਉਹ ਅਮੜੀ ਦੀ ਗੋਦ ਜਹੀ ਠੰਡੀ ਕਿਧਰੇ ਨੀ ਛਾਂ ਲੱਭਣੀ ਓਏ ਅਮੜੀ ਦੀ ਗੋਦ ਜਹੀ ਠੰਡੀ ਕਿਧਰੇ ਨੀ ਛਾਂ ਲੱਭਣੀ। ਤੋ ਆਓ ਗੁਰਮੁਖੋ ਵਾਕ ਧਾਰਨਾ ਪੜਨ ਉਪਰੰਤ ਫਿਰ ਸਮਾਪਤੀ ਕਰਾਂ। ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ ਮਾਂ ਦੇ ਬਾਪੇ ਮਾਮਾ ਬਾਬਤ। ਇਹ ਜਿਹੜੇ ਬਾਪੇ ਆ ਨਾ ਹੱਟਾਂ ਤੋਂ ਨਹੀਂ ਮਿਲਦੇ, ਸਤਿਕਾਰ ਕਰੀਏ। ਆ ਮੈਂ ਕੱਲ ਸ਼ਾਇਦ ਮੇਰਾ ਖਿਆਲ ਕੱਲ ਮੈਂ ਇੱਕ ਵੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਮੋਗੇ ਦੀ ਖਬਰ, ਮਾਂ ਨੇ ਇਹ 3 ਧੀਆਂ ਇੱਕ ਪੁੱਤਰ ਨੂੰ ਪਾਲਿਆ ਪਰ ਉਸ ਨੂੰ ਬਿਜਲੀ ਮਹਿਕਮੇ ਵਿੱਚ ਐਸਡੀਐਮ ਲਵਾਇਆ ਪਰ ਆਖਰਕਾਰ ਜਦੋਂ ਮਾਂ ਬਜ਼ੁਰਗ ਹੋ ਗਈ ਮਾਂ ਨੂੰ ਬਿਰਧ ਆਸ਼ਰਮੇ ਛੱਡ ਆਇਆ। ਪੁੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਵੀ ਮਾਪਿਆਂ ਦੇ ਘਰਾਂ 'ਚ ਪੁੱਤਰ ਔਲਾਦ ਹੈ ਜਿਹੜੀ ਉਹ ਪੁੱਤਰ ਮਾਪਿਆਂ ਦਾ ਕਦੇ ਮੁੱਲ ਮੋੜ ਨਹੀਂ ਸਕਦੇ ਪਰ ਮਾਪੇ ਕਦੇ ਕਮਾਪੇ ਨਹੀਂ ਹੁੰਦੇ, ਪੁੱਤਰ ਕਪੁੱਤਰ ਹੋ ਜਾਂਦੇ ਆ। ਹਕੀਕਤ ਹੈ। ਉਹ ਰੋਂਦੀ ਹੈ, ਨਾਲ ਪੱਤਰਕਾਰ ਵਿਚਾਰਾ ਉਹ ਇੰਟਰਵਿਊ ਲੈ ਰਿਹਾ ਹੈ, ਇੱਕ ਨਾਲ ਗੁਰਸਿੱਖ ਭਰਾ ਬੈਠਾ ਹੈ। ਇਹੋ ਜਿਹੇ ਹਾਲਾਤ ਨੇ ਸਾਡੇ, ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ, ਜੱਗ ਦਿਖਾਇਆ, ਸਾਨੂੰ ਪਾਲਿਆ ਪੜ੍ਹਾਇਆ ਲਿਖਾਇਆ। ਜਦੋਂ ਅਸੀਂ ਛੋਟੇ ਸੀ ਅਸੀਂ ਰੋਟੀ ਨਹੀਂ ਸੀ ਖਾਂਦੇ, ਮਾਂ ਘੂਰ ਘੂਰ ਕੇ ਖਵਾਉਂਦੀ ਸੀ ਪਰ ਹੁਣ ਮਾਂ ਨੂੰ ਰੋਟੀ ਖਵਾਉਣੀ ਸੀ, ਉਹਦਾ ਪੱਲਾ ਛਡਾਉਣ ਵਾਸਤੇ ਬਿਰਧ ਆਸ਼ਰਮੇ ਛੱਡ ਆਏ। ਉਹ ਭਾਈ ਬਜ਼ੁਰਗਾਂ ਦਾ ਸਤਿਕਾਰ ਕਰੀਏ। ਜੇ ਬਜ਼ੁਰਗਾਂ ਦਾ ਸਤਿਕਾਰ ਹੈ ਨਾ ਤਾਂ ਹੀ ਸਾਡਾ ਦੁਨੀਆ ਵਿੱਚ ਨਾਂ ਹੈ, ਤਾਂ ਹੀ ਸਾਡਾ ਸੰਸਾਰ ਵਿੱਚ ਪਿਆਰ ਹੈ, ਤਾਂ ਹੀ ਅਸੀਂ ਗੁਰੂ ਨੂੰ ਪਿਆਰ ਕਰ ਸਕਦੇ ਹਾਂ, ਤਾਂ ਹੀ ਅਸੀਂ ਸਤਿਗੁਰੂ ਦਾ ਸਤਿਕਾਰ ਕਰ ਸਕਦੇ ਹਾਂ। ਜੇ ਅਸੀਂ ਆਪਣੇ ਬਜ਼ੁਰਗਾਂ ਦਾ ਹੀ ਨਹੀਂ ਸਤਿਕਾਰ ਕਰ ਸਕਦੇ ਫਿਰ ਅਸੀਂ ਗੁਰੂ ਦਾ ਕੀ ਸਤਿਕਾਰ ਕਰ ਸਕਾਂਗੇ। ਤੋ ਗੁਰਮੁਖੋ ਮਹਾਂਪੁਰਸ਼ ਪੜ੍ਹਦੇ ਹੁੰਦੇ ਸਾਰੇ ਪੜ੍ਹੀਏ। ਆਹੀ ਧਾਰਨਾ ਪੜ੍ਹਨ ਉਪਰੰਤ ਸਮਾਪਤੀ ਹੈ। ਮਾਂ ਵਰਗਾ ਕਨਸ਼ਾਮਾ ਬੂਟਾ ਮੈਨੂੰ ਨਜ਼ਰ ਨਾ ਆਵੇ, 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 ਮਾਂ ਵਰਗਾ ਕਨਸ਼ਾਮਾ ਬੂਟਾ ਮੈਨੂੰ ਨਜ਼ਰ ਨਾ ਆਵੇ। ਇਸ ਤੋਂ ਲੈ ਕੇ ਚਾਂਵਾਰੀ ਰੱਬ ਨੇ ਸਵਰਗ ਬਣਾਏ, ਇਸ ਤੋਂ ਲੈ ਕੇ ਚਾਂਵਾਰੀ ਰੱਬ ਨੇ ਸਵਰਗ ਬਣਾਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਜਿਸ ਤੋਂ ਲੈ ਕੇ ਛਾਂ ਉਧਾਰੀ
ਰੱਬ ਨੇ ਸਵਰਗ ਬਣਾਏ। ਜਿਸ ਤੋਂ ਲੈ ਕੇ ਛਾਏ ਉਧਾਰੀ ਰੱਬ ਨੇ ਸਵਰਗ ਬਣਾਏ। ਜਿਸ ਤੋਂ ਲੈ ਕੇ ਛਾਏ ਉਧਾਰੀ ਰੱਬ ਨੇ ਸਵਰਗ ਬਣਾਏ। ਮਾਮਾ ਠੰਡੀਆਂ ਛਾਵਾਂ, ਮਾਮਾ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਵਾਂ ਠੰਡੀਆਂ ਛਾਵਾਂ, ਮਾਮਾ ਠੰਡੀਆਂ ਛਾਵਾਂ ਤੁਝ ਬਿਨ ਕਵਣ ਕਰੇ। ਮਾਮਾ ਠੰਡੀਆਂ ਛਾਵਾਂ ਤੁਝ ਬਿਨ ਕਵਣ ਕਰੇ। ਮਾਵਾਂ ਠੰਡੀਆਂ ਛਾਵਾਂ ਤੁਝ ਬਿਨ ਕਵਣ ਕਰੇ। ਮਾਵਾਂ ਠੰਡੀਆਂ ਛਾਵਾਂ ਤੁਝ ਬਿਨ ਕਵਣ ਕਰੇ। ਮਾਵਾਂ ਠੰਡੀਆਂ ਛਾਵਾਂ ਤੁਝ ਬਿਨ ਕਵਨ ਕਰੇ। ਮਾਵਾਂ ਠੰਡੀਆਂ ਛਾਵਾਂ ਤੁਝ ਬਿਨ ਕਵਨ ਕਰੇ। ਤੁਰ ਜਾਵਣ ਇੱਕ ਵਾਰੋਂ ਮਾਪੇ ਨਹੀਂ ਲੱਭਦੇ। ਤੁਰ ਜਾਵਣ ਇੱਕ ਨਹੀਂ ਲੱਭਦੇ। ਤੁਰ ਜਾਵਣ ਇੱਕ ਵਾਰ ਤਾਂ ਮਾਪੇ ਨਹੀਂ ਲੱਭਦੇ। ਇੱਕ ਵਾਰ ਤੇ ਮਾਪੇ ਨਹੀਂ ਲੱਭਦੇ। ਤੁਰ ਜਾਵਣ ਇੱਕ ਵਾਰ ਤੇ ਮਾਪੇ ਨਹੀਂ ਮਿਲਦੇ। ਤੁਰ ਜਾਵਣ ਇੱਕ ਵਾਰ ਤੇ ਮਾਪੇ ਨਹੀਂ ਲੱਭਦੇ। ਤੁਰ ਜਾਵਣ ਇੱਕ ਵਾਰ ਤੇ ਮਾਪੇ ਨਹੀਂ ਲੱਭਦੇ। ਉਹ ਤੁਰ ਜਾਵਣ ਇੱਕ ਵਾਰ ਤੇ ਮਾਪੇ ਨਹੀਂ ਲੱਭਦੇ। ਤੁਰ ਜਾਵਣ ਇੱਕ ਵਾਰ ਤੇ ਮਾਪੇ ਨਹੀਂ ਲੱਭਦੇ। ਇੱਕ ਵਾਰ ਤੁਰ ਜਾਣ ਮਾਪੇ ਮੁੜ ਕੇ ਨਹੀਂ ਲੱਭਦੇ। ਫਿਰ ਉਹਦੀਆਂ ਯਾਦਾਂ ਫਿਰ ਮਨੁੱਖ ਯਾਦ ਕਰ ਕਰਕੇ ਰੋਂਦੇ। ਤੋ ਆਓ ਗੁਰਮੁਖੋ ਜਿਉਂਦਿਆਂ ਦਾ ਸਤਿਕਾਰ ਕਰੀਏ ਤੇ ਮਰਿਆਂ ਤੋਂ ਬਾਅਦ ਤੇ ਫਿਰ ਜਿਹੜਾ ਉਹ ਦੁੱਖ ਹੈ, ਜਿਹੜਾ ਦਰਦ ਹੈ, ਉਹ ਫਿਰ ਜ਼ਿੰਦਗੀ ਵਿੱਚ ਮਨੁੱਖ ਹਟਾਉਂਦਾ ਤੇ ਉਹ ਫਿਰ ਨਾਲੇ ਰੋਂਦਾ ਤੇ ਨਾਲੇ ਪਛਤਾਉਂਦਾ। ਤੋ ਆਓ ਇਸ ਸੋਗ ਸਮਾਗਮ ਦੇ ਅੰਦਰ ਜਿੰਨੇ ਵੀ ਅਸੀਂ ਸਾਰੇ ਜਿੰਨੇ ਵੀ ਅਸੀਂ ਪਹੁੰਚੇ ਆ, ਸਾਰੇ ਨਗਰ ਦੀ ਸੰਗਤ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਜੀ ਬਾਬਾ ਹਰਦੀਪ ਸਿੰਘ ਜੀ ਤੇ ਨਗਰ ਦੀ ਪੰਚਾਇਤ ਤੇ ਹੋਰ ਬਹੁਤ ਇਲਾਕੇ ਦੀ ਸੰਗਤ, ਜਿੰਨੇ ਵੀ ਪਹੁੰਚੇ ਹੋ, ਮੰਤਰੀ ਸੰਤਰੀ ਜਿੰਨੇ ਵੀ ਪਹੁੰਚੇ ਹੋ, ਸਾਰਿਆਂ ਦਾ ਇੱਥੇ ਪਹੁੰਚਣ ਤੇ ਮਾਤਾ ਜੀ ਮਾਤਾ ਸਵਰਨ ਕੌਰ ਜੀ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਧੰਨਵਾਦ ਹੈ। ਸਾਰਿਆਂ ਨੂੰ ਜਿਉਂ ਆਖਿਆ ਜਾਂਦਾ। ਸੋ ਹੁਣ ਭਾਈ ਇਸ ਵੇਲੇ ਗੁਰੂ ਕੀ ਬਾਣੀ ਦੇ ਜਿੱਥੇ ਕੀਰਤਨ ਕਰ ਰਹੇ ਸਾਂ, ਉੱਥੇ ਹੁਣ ਆਨੰਦ ਸਾਹਿਬ ਦੇ ਪਾਠ, ਉਪਰੰਤ ਅਰਦਾਸ, ਫਿਰ ਹੁਕਮਨਾਮਾ ਸਾਹਿਬ, ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੋਏਗਾ ਉਹ ਸਮਾਪਤੀ ਤੋਂ ਬਾਅਦ ਸੰਗਤ ਨੂੰ ਜਾਣੂ ਕਰਾਇਆ ਜਾਏਗਾ। ਸੋ ਹੁਣ ਜਿੰਨੇ ਵੀ ਪਹੁੰਚੇ ਉਹ ਸਾਰੇ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਹੋਰ 1-2 ਮਿੰਟਾਂ ਵਾਸਤੇ ਆਨੰਦ ਸਾਹਿਬ ਦੀ ਬਾਣੀ ਤੋਂ ਬਾਅਦ ਫਿਰ ਅਰਦਾਸ, ਫਿਰ ਹੁਕਮਨਾਮਾ ਸਾਹਿਬ, ਫਿਰ ਅਗਲਾ ਜੋ ਪ੍ਰਬੰਧ ਹੋਏਗਾ ਹੁਕਮਨਾਮਾ ਸਾਹਿਬ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਏਗਾ। ਵਾਹਿਗੁਰੂ ਜੀ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਆਈਆਂ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਸਾਗਰ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਅਵਨੰਗਲਾ ਸੁਨ ਰਾਤ ਸੁਆਮੀ ਤੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਉਹ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚੇ ਸਾਜਨਾ ਮੇਰਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਹਰ ਸਾਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਚੌਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸਭਾਗੈ ਹਰ ਸੁਭਾਗੈ ਸਬਦ ਵਾਜੇ ਕਲਾ ਨਿਤ ਕਰਤਾ ਦਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਮ ਪਾਇਆ ਤੁਧ ਦਿਨ ਕੋ ਤੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਮਨ ਸੁਣੋ ਗੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਰੇ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਆਈਆਂ ਬੁਰਿਆਈਆਂ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕਿਹੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਆਲ ਨਾਨਕ ਤੇ ਮੁਖ ਉਜਲੇ ਤੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ